नंगल में बीबीएमबी के सतलुज सदन में आज ही के दिन यानी 28 अप्रैल को भारत चीन के बीच पंचशील समझौते पर विस्तार से चर्चा कर उस पर सहमति बनी थी और इस समझौते पर भारत के प्रथम प्रधानमंत्री पंडित जवाहरलाल नेहरू व चीन के राष्ट्रपति चौ एन लाई ने हस्ताक्षर किए थे। सतलुज दरिया के खूबसूरत तट पर विशेष तौर पर बनाए गए जिस ग्लास हाउस में बैठकर इन दोनों नेताओं ने पंचशील समझौते पर चर्चा कर सहमति बनाई थी, उस ग्लास हाउस को आज भी बीबीएमबी मैनेजमेंट द्वारा सहेज कर रखा हुआ है और इस ग्लास हाउस के बिल्कुल आगे एक पत्थर की शिला आज भी वही है जिस पर पंचशील समझौते की रूपरेखा लिखी हुई है। यही नहीं, देश के प्रथम प्रधानमंत्री पंडित जवाहरलाल नेहरू के साथ जो यादगार फोटो चीन के राष्ट्रपति के साथ खींची गई थी उन्हें भी बीबीएमबी ने बड़ी अच्छी तरह से सहेज कर रखा हुआ है, जो सतलुज सदन में आने वालों के आकर्षण का केंद्र बिंदु बनी रहती है। इस समझौते में एक दूसरे की सीमाओं का सम्मान करना, आपसी मतभेदों को बातचीत से सुलझाना, दोनों देश शांति बनाए रखने, एक दूसरे के देशों के अंदरूनी मामलों में दखल अंदाजी न करना, म्यूचुअल बेनिफिट को बनाए रखना शामिल था। इसी समझौते के उपरांत हिंदी चीनी भाई भाई के नारे भी लगने शुरू हो गए थे। ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ, ਸਾਡੇ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਸਾਡੀਆਂ ਬੜੀਆਂ ਸਮੱਸਿਆ ਸੀਗੀਆਂ। ਉਹਨਾਂ ਸਮੱਸਿਆ ਨੂੰ ਸਹੀ ਰੱਖਦੇ ਹੋਏ ਜਦੋਂ ਸਾਡਾ ਦੇਸ਼ ਆਜ਼ਾਦ ਹੋ ਗਿਆ ਤਾਂ ਜਿਹੜੇ ਸਾਡੇ ਪੜੋਸੀ ਦੇਸ਼ ਸੀ ਉਹਨਾਂ ਨਾਲ ਵਿਦੇਸ਼ ਨੀਤੀ ਦੇ ਮੁਤਾਬਕ ਆਪਾਂ ਆਪਣੇ ਦੇਸ਼ ਨੂੰ ਕਿਵੇਂ ਚਲਾਉਣਾ ਸੀ, ਇਹ ਪੰਚਸ਼ੀਲ ਸਮਝੌਤਾ ਉਹਦਾ ਇੱਕ ਹਿੱਸਾ ਸੀ। ਚਾਈਨਾ ਦੇ ਨਾਲ ਜਿਹੜਾ ਪੰਚਸ਼ੀਲ ਸਮਝੌਤਾ ਹੋਇਆ ਸੀ ਉਹਦੇ ਵਿੱਚ ਤਿੱਬਤ ਨੂੰ ਲੈ ਕੇ ਵੱਡੀ ਗੱਲ ਸੀ ਕਿ ਤਿੱਬਤ ਨੂੰ ਚਾਈਨਾ ਦਾ ਹਿੱਸਾ ਕਿਵੇਂ ਮੰਨਿਆ ਜਾਏ। ਉਹ ਜਿਹੜਾ ਸਮਝੌਤਾ ਸੀ ਇਹ ਸਾਡੇ ਜਿਹੜੇ ਮੌਜੂਦਾ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸੀ, ਉਹਨਾਂ ਦੀ ਕੂਟਨੀਤੀ ਦੇ ਨਾਲ ਇਹ ਸਮਝੌਤਾ ਹੋਇਆ ਸੀ। ਇਸ ਸਮਝੌਤੇ ਦੀਆਂ ਵਿੱਚ 5-6 ਚੀਜ਼ਾਂ ਸੀ, ਉਹਨਾਂ ਚੀਜ਼ਾਂ ਦਾ ਅਲੱਗ-ਅਲੱਗ ਵਿਆਖਿਆਨ ਹੈ ਉਹਨਾਂ ਵਿੱਚ। ਪਹਿਲੀ ਗੱਲ ਤਾਂ ਸੀਗੀ ਕਿ ਜਿਹੜਾ ਸਾਡਾ ਦੇਸ਼ ਸੀ ਅਤੇ ਚਾਈਨਾ ਸੀ, ਸਾਡਾ ਦੋਨਾਂ ਦਾ ਆਪਸ ਵਿੱਚ ਸੰਧੀ ਹੋਈ ਸੀ ਕਿ ਅਸੀਂ ਇੱਕ ਦੂਜੇ ਦੇ ਇੰਟਰਨਲ ਮਾਮਲੇ ਦੇ ਵਿੱਚ ਅੰਦਰ ਦੀਆਂ ਜਿਹੜੀ ਸਾਡੀ ਡੈਮੋਕ੍ਰੇਸੀ ਦਾ ਜਿਹੜਾ ਸਿਸਟਮ ਸੀ ਉਹਦੇ ਵਿੱਚ ਅਸੀਂ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰਾਂਗੇ। ਦੂਸਰੀ ਗੱਲ ਇਹ ਸੀ ਕਿ ਜਿਹੜਾ ਸਾਡਾ ਜਿਹੜਾ ਦੇਸ਼ ਸੀ ਨਾਲ ਸਾਡਾ ਚਾਈਨਾ ਬਾਰਡਰ ਲੱਗਦਾ ਸੀ, ਸਾਡੇ ਦੇਸ਼ ਦੇ ਜਿਹੜੇ ਉਸ ਸਮੇਂ ਜਵਾਹਰ ਲਾਲ ਨਹਿਰੂ ਸੀ ਉਹਨਾਂ ਨੇ ਇੱਕ ਨੀਤੀ ਅਪਣਾਈ ਸੀ ਕਿ ਅਗਰ ਅਸੀਂ ਉੱਥੇ ਸੜਕਾਂ ਬਣਾ ਦੇਵਾਂਗੇ ਤਾਂ ਚਾਈਨਾ ਨੂੰ ਆਸਾਨ ਹੋ ਜਾਏਗਾ, ਸਾਡੇ ਪਰ ਕਦੇ ਵੀ ਹਮਲਾ ਕਰ ਸਕਦੀ ਸੀ। ਦੂਜੀ ਲਾਈਨ ਇਹ ਸੀਗੀ ਕਿ ਜਿਹੜਾ ਸਮਝੌਤਾ ਸੀ ਉਹਦੇ ਵਿੱਚ ਚਾਈਨਾ ਨਾ ਸਾਡੇ 'ਤੇ ਹਮਲਾ ਕਰਾਂਗਾ ਨਾ ਅਸੀਂ ਚਾਈਨਾ 'ਤੇ ਕਦੇ ਹਮਲਾ ਕਰਾਂਗੇ। ਅੰਤਰਰਾਸ਼ਟਰੀ ਮਾਮਲੇ ਦੇ ਵਿੱਚ ਤੀਜੀ ਗੱਲ ਸੀ ਕਿ ਅੰਤਰਰਾਸ਼ਟਰੀ ਮਾਮਲੇ ਦੇ ਵਿੱਚ ਅਸੀਂ ਇੱਕ ਦੂਜੇ ਦਾ ਕੱਦ ਵਧਾਵਾਂਗੇ। ਮੰਨ ਲਓ ਪੂਰਾ ਦੇਸ਼ ਪੂਰਾ ਵਰਲਡ ਇੱਕ ਪਾਸੇ ਹੁੰਦਾ ਅਤੇ ਜੇ ਸਾਡੇ ਦੋਹਾਂ ਦੇਸ਼ਾਂ ਦੀ ਕਿਤੇ ਗੱਲ ਆਉਂਦੀ ਹੈ ਤਾਂ ਅਸੀਂ ਚਾਈਨਾ ਦੀ ਪੈਰਵਾਈ ਕਰਾਂਗੇ ਅਤੇ ਚਾਈਨਾ ਸਾਡੀ ਪੈਰਵਾਈ ਕਰੇਗੀ। ਚੌਥਾ ਸੀ ਕਿ ਜਿਹੜਾ ਵਪਾਰ ਸੀ, ਦੋਨੇ ਦੇਸ਼ ਵੱਡੇ ਸੀ, ਭਾਰਤ ਵੀ ਅਤੇ ਚਾਈਨਾ ਵੀ, ਦੋਨਾਂ ਦੀ ਆਬਾਦੀ ਪੂਰੀ ਦੁਨੀਆ ਨਾਲ ਤੋਂ ਅਲੱਗ ਸੀ ਔਰ ਜ਼ਿਆਦਾ ਸੀ। ਕੂਟਨੀਤੀ ਦੇ ਮੁਤਾਬਕ ਜਿਹੜੀ ਬਾਜ਼ਾਰ ਸੀ ਚਾਈਨਾ ਦਾ ਅਤੇ ਇੰਡੀਆ ਦਾ ਬਾਜ਼ਾਰ ਬਹੁਤ ਵੱਡਾ ਸੀ। ਸਾਡਾ ਕੱਚਾ ਮਾਲ ਬਣ ਕੇ ਉੱਥੇ ਜਾਏ, ਉੱਥੋਂ ਦਾ ਮਾਲ ਇੱਥੇ ਆ ਕੇ ਬਣਦੇ ਹੋਏ ਤਾਂ ਉਹਦੇ ਨਾਲ ਜਿਹੜਾ ਸਾਡੇ ਦੇਸ਼ ਦੋਹੇ ਤਰੱਕੀ ਕਰਦਾ ਸੀ। ਇਹਦੇ ਵਿੱਚ ਕੂਟਨੀਤੀ ਦੇ ਮੁਤਾਬਕ ਜਿਹੜੀ ਵਿਦੇਸ਼ ਨੀਤੀ ਸੀ ਇਹਦੇ ਵਿੱਚ ਸਾਡਾ ਮਾਲ ਚਾਈਨਾ ਜਾਏ ਅਤੇ ਚਾਈਨਾ ਦਾ ਮਾਲ ਸਾਡੇ ਦੇਸ਼ ਵਿੱਚ ਆਏ। ਇਹ ਵੀ ਉਸ ਸਮੇਂ ਸਮਝੌਤੇ ਦੇ ਵਿੱਚ ਗੱਲ ਸੀ ਜਿਹੜਾ ਅੱਜ ਵੀ ਲਾਗੂ ਹੈ। ਇੱਕ ਲਾਸਟ ਵਿੱਚ ਸੀ ਇਹ ਕਿ ਅਸੀਂ ਕਦੇ ਵੀ ਇੱਕ ਦੂਜੇ ਪਰ ਕਦੇ ਵੀ ਹਮਲਾ ਨਹੀਂ ਕਰਾਂਗੇ, ਕਦੇ ਵੀ ਵਾਰ ਨਹੀਂ ਕਰਾਂਗੇ, ਕਦੇ ਵੀ ਲੜਾਈ ਨਹੀਂ ਕਰਾਂਗੇ। ਪਰ ਚਾਈਨਾ ਜਿਹੜਾ ਗਾ ਉਹ ਅੱਜ ਵੀ ਕਨਫਿਊਜ਼ਡ ਦੇਸ਼ ਹੈ। ਉਹ ਕਦੇ ਵੀ ਜਿਵੇਂ 1962 ਦੀ ਗੱਲ, ਇਹ ਸਮਝੌਤਾ ਹੋਣ ਦੇ ਬਾਵਜੂਦ ਵੀ ਉਹਨੇ 1962 ਦੇ ਵਿੱਚ ਸਾਡੇ ਦੇ ਉੱਤੇ ਹਮਲਾ ਕਰਦਾ ਸੀ। ਖੈਰ ਉਹ ਇੱਕ ਅਲੱਗ ਚੀਜ਼ ਹੈ। ਪਰ ਇੱਕ ਨਾਲ ਇਹ ਸੀਗਾ ਵੀ ਜਿਹੜਾ ਸਾਡਾ ਇਹ ਸਮਝੌਤਾ ਸੀ, ਸਾਡਾ ਦੇਸ਼ ਇੱਕ ਸ਼ਾਂਤੀ ਪ੍ਰਿਯ ਦੇਸ਼ ਸੀਗਾ। ਇਹ ਸਾਡੀ ਜਿਹੜੀ ਸ਼ਾਂਤੀ ਨੂੰ ਬਰਕਰਾਰ ਰੱਖਦੇ ਹੋਏ ਪੂਰੇ ਵਰਲਡ ਦੇ ਵਿੱਚ ਇਹ ਗੱਲ ਲਾਗੂ ਹੋ ਗਈ ਔਰ ਪੂਰੇ ਵਰਲਡ ਦੇ ਵਿੱਚ ਇੱਕ ਸੁਨੇਹਾ ਚਲਾ ਗਿਆ ਵੀ ਜਿਹੜਾ ਹਿੰਦੁਸਤਾਨ ਦੇਸ਼ ਹੈ ਇਹ ਸ਼ਾਂਤੀ ਚਾਹੁੰਦਾ ਹੈ, ਇਹ ਕਦੇ ਲੜਾਈ ਮਾਰ ਕਟਾਈ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ। ਇਹਦੇ ਨਾਲ ਜਿਹੜਾ ਸਾਡਾ ਦੇਸ਼ ਦਾ ਕੱਦ ਸੀ ਉਸ ਸਮੇਂ ਬਹੁਤ ਜ਼ਿਆਦਾ ਉੱਚਾ ਹੋ ਗਿਆ। ਨਵਾਂ ਸਾਡਾ ਦੇਸ਼ ਆਜ਼ਾਦ ਹੋਇਆ ਸੀ, ਉਸ ਆਜ਼ਾਦੀ ਦੇ ਨਾਲ ਇਹ ਵਿਦ ਹੋਇਆ ਸੀ। ਉਸ ਆਜ਼ਾਦੀ ਦੇ ਨਾਲ ਇਹ ਵਿਦੇਸ਼ ਨੀਤੀ ਜਿਹੜੀ 28-29 ਅਪ੍ਰੈਲ 1954 ਦੇ ਵਿੱਚ ਜਿਹੜਾ ਜਿੱਥੇ ਆਪਾਂ ਸਤਲੁਜ ਸਦਨ ਹੈ ਇੱਥੇ ਬੈਠ ਕੇ ਸਮਝੌਤਾ ਹੋਇਆ ਸੀ। ਚਾਈਨਾ ਦੇ ਜਿਹੜੇ ਇਸ ਵੇਲੇ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਕੀਤਾ ਸੀ। ਸਾਡਾ ਦੇਸ਼ ਜਿਹੜਾ ਗਾ ਇਹ ਡੈਮੋਕ੍ਰੇਟਿਕ ਹੈ, ਡੈਮੋਕ੍ਰੇਟਿਕ ਦੇ ਨਾਲ ਯੂਨੀਅਨ ਹੈ। ਇੱਥੇ ਸਾਡਾ ਪ੍ਰਧਾਨ ਮੰਤਰੀ ਵੀ ਹੈ, ਰਾਸ਼ਟਰਪਤੀ ਵੀ ਹੈ। ਸਾਡਾ ਦੇਸ਼ ਫੈਡਰਲ ਨਹੀਂ ਹੈ, ਸਾਡਾ ਦੇਸ਼ ਕਦੇ ਟੁੱਟੇਗਾ ਨਹੀਂ। ਸਾਡਾ ਦੇਸ਼ ਯੂਨੀਅਨ ਅਤੇ ਡੈਮੋਕ੍ਰੇਸੀ ਦੋਨਾਂ ਚੀਜ਼ਾਂ ਦੇ ਤਾਲਮੇਲ ਨੂੰ ਲੈ ਕੇ ਅੱਜ ਅਸੀਂ ਗਤੀਸ਼ੀਲ ਹੈ, ਪ੍ਰਗਤੀਸ਼ੀਲ ਹੈ। ਸਾਡਾ ਦੇਸ਼ ਅੱਜ ਬੜੀ ਤਰੱਕੀਆਂ 'ਚ ਹੈ। ਉਹ ਸਮਝੌਤਾ ਜਿਹੜਾ ਸੀਗਾ ਉਹ ਬੜਾ ਅੱਛਾ ਸਮਝੌਤਾ ਅੱਜ ਸਾਰੇ ਪੂਰੇ ਵਰਲਡ ਦੇ ਵਿੱਚ ਸ਼ਾਂਤੀ ਦਾ ਜਿਹੜਾ ਇੱਕ ਸਾਡਾ ਮੁਲਕ ਗਿਣਿਆ ਜਾਂਦਾ ਉਸ ਸਮਝੌਤੇ ਦੇ ਤਹਿਤ। ਇਸ ਤਰ੍ਹਾਂ ਹੈਗਾ ਕਿ 28 ਅਪ੍ਰੈਲ 1954 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਆਪਣੇ ਚੌ ਐਨ ਲਾਈ ਜੀ ਦੇ ਦੌਰਾਨ
ਇੱਥੇ ਜਦੋਂ ਇਹਨਾਂ ਦੀ ਵਿਜ਼ਿਟ ਹੋਈ ਸੀ, ਡਿਸਕਸ਼ਨ ਹੋਈਆਂ। ਸਾਡਾ ਸਤਲੁਜ ਸਦਨ ਜੋ BBMB ਦਾ ਹੈਗਾ, ਉਹਦੇ 'ਚ ਇੱਕ ਗਲਾਸ ਹਾਊਸ ਸਤਲੁਜ ਦਰਿਆ ਦੇ ਕੰਢੇ 'ਤੇ ਹੈ। ਉਸ ਜਗ੍ਹਾ 'ਤੇ ਬੈਠ ਕੇ ਉਹਨਾਂ ਨੇ ਆਪਣੇ ਇਸ ਸਮਝੌਤੇ ਦੇ ਤਹਿਤ ਜੋ ਫੈਸਲੇ ਲਏ, ਉਹਨਾਂ 'ਚ ਇਹ ਸੀਗਾ ਕਿ ਇੱਕ ਦੂਜੇ ਦੀਆਂ ਜਿਹੜੀਆਂ ਹੱਦਾਂ ਦੀ ਆਪਾਂ ਰਿਸਪੈਕਟ ਕਰਨੀ ਹੈਗੀ ਆ, ਆਪਸੀ ਮਤਭੇਦ ਨਾ ਰੱਖਣਾ ਦੋਨਾਂ ਕੰਟਰੀਆਂ 'ਚ, ਆਪਸੀ ਸ਼ਾਂਤੀ ਬਣਾਈ ਰੱਖਣਾ, ਇੱਕ ਦੂਜੇ ਦੇ ਜਿਹੜੇ ਅੰਦਰੂਨੀ ਮਸਲਿਆਂ ਦੇ ਵਿੱਚ ਦਖਲ ਨਾ ਦੇਣਾ, ਅਤੇ ਮਿਊਚੁਅਲ ਬੈਨੀਫਿਟ ਵਾਸਤੇ ਕੋਆਪਰੇਸ਼ਨ ਬਣਾਈ ਰੱਖਣਾ। ਇਹ ਜਿਹੜੇ 5 ਜਿਹੜੇ ਇਹਨਾਂ ਨੇ ਸਮਝੌਤੇ ਦਾ ਜਿਹੜਾ ਡਰਾਫਟ ਹੈ, ਉਹ ਜਿਹੜਾ ਇਸ ਥਾਂ ਦੇ ਉੱਤੇ ਕੀਤਾ ਸੀਗਾ। ਇਹ ਗਲਾਸ ਹਾਊਸ ਹੈ ਜਿੱਥੇ ਪੰਡਿਤ ਜਵਾਹਰ ਲਾਲ ਨਹਿਰੂ ਤੇ ਉਹਨਾਂ ਦੇ ਹਮਰੁਤਬਾ ਚਾਈਨਾ ਦੇ ਉਸ ਸਮੇਂ ਦੇ ਮੁਖੀ ਚੌ ਐਨ ਲਾਈ ਵਿਚਾਲੇ ਪੰਜਸ਼ੀਲ ਸਮਝੌਤਾ ਹੋਇਆ, ਜਿਹੜਾ ਹੁਣ ਤੱਕ ਭਾਰਤ ਤੇ ਚੀਨ ਦੇ ਸਬੰਧਾਂ ਦਾ ਆਧਾਰ ਹੈ। ਪੰਜਸ਼ੀਲ ਸਮਝੌਤਾ 5 ਸਿਧਾਂਤ ਹੈ ਜਿਨ੍ਹਾਂ ਦੀ ਇਹ ਫਾਊਂਡੇਸ਼ਨ ਮੋٹے ਤੌਰ ਤੇ ਪੰਜਾਬੀ 'ਚ ਸਮਝ ਲਓ ਕਿ ਇੱਕ ਦੂਜੇ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਹੀਂ ਦੇਣਾ, ਇੱਕ ਦੂਜੇ ਦੀ ਪ੍ਰਭੂ ਸੱਤਾ ਦਾ ਸਨਮਾਨ ਕਰਨਾ, ਤੇ ਇੱਕ ਦੂਜੇ ਨਾਲ ਜਿਹੜੇ ਵੀ ਮਸਲੇ ਆ ਉਹ ਬੈਠ ਕੇ ਆਪਾਂ ਹੱਲ ਕਰਨੇ, ਔਰ ਆਪਸੀ ਵਪਾਰ ਤੇ ਇੱਕ ਦੂਜੇ ਦੀ ਡਿਵੈਲਪਮੈਂਟ ਨੂੰ ਤਰਜੀਹ ਦੇਣੀ। ਇਸੇ ਕਰਕੇ ਚਾਹੇ ਜੋ ਮਰਜ਼ੀ ਕਹੋ, ਚਾਈਨਾ ਨਾਲ ਸਾਡਾ ਵਪਾਰ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ, ਅਮਰੀਕਾ ਦੇ ਬਰਾਬਰ ਹੈ। ਉਸ ਚੀਜ਼ ਨੂੰ ਤੁਸੀਂ ਕਿਸ ਹਿਸਾਬ ਨਾਲ ਦੇਖਦੇ ਹੋ? ਦੇਖੋ, ਚਾਈਨਾ ਦੇ ਨਾਲ ਸਾਡੀ ਡਿਸਟਰਬੈਂਸ ਸੀ, ਹੈ ਔਰ ਰਹੇਗੀ, ਕਿਉਂਕਿ ਚਾਈਨਾ ਦੇ ਨਾਲ ਸਾਡਾ ਬਾਰਡਰ ਬਹੁਤ ਲੰਬਾ ਹੈ ਤੇ ਉਹ ਬਾਰਡਰ ਤੇ ਥੋੜੀ ਬਹੁਤੀ ਡਿਸਟਰਬੈਂਸ ਰਹਿਣੀ ਹੈ। ਪਰ ਤੁਸੀਂ ਇੱਕ ਦੇਖਿਆ ਹੋਣਾ ਕਿ ਡੋਲਕੌਮ 'ਚ ਵੀ ਡਿਸਟਰਬੈਂਸ ਹੋਈ, ਜਾਂ ਹੁਣ ਵੱਖਰੀ ਵੱਖਰੀ ਜਗ੍ਹਾ ਲੇਹ ਦੇ ਵਿੱਚ ਵੀ ਡਿਸਟਰਬੈਂਸ ਹੁੰਦੀ ਹੈ, ਪਰ ਇੱਕ ਦੂਜੇ ਤੇ ਹਮਲੇ ਵਾਲੀ ਕੋਈ ਗੱਲ ਨਹੀਂ। ਜਦੋਂ ਉਹਨਾਂ ਨੇ ਸਾਡੇ ਸੈਨਿਕ ਵੀ ਮਾਰੇ ਤਾਂ ਉਹਨਾਂ ਕੋਲ ਅਤੀ ਆਧੁਨਿਕ ਵੈਪਨ ਹੈ, ਪਰ ਉਹ ਪਰੰਪਰਾਗਤ ਹਥਿਆਰ ਹੀ ਉਹਨਾਂ ਵੱਲੋਂ ਚਲਾਏ ਗਏ ਜਾਂ ਸਾਡੇ ਵੱਲੋਂ ਚਲਾਏ ਗਏ। ਸਰਕਾਰ ਵੱਲੋਂ ਕੋਈ ਐਸਾ ਦੋਨੋਂ ਪਾਸਿਓਂ ਹਮਲੇ ਵਾਲੀ ਕੋਈ ਆਸ਼ੰਕਾ ਨਹੀਂ ਹੈ। ਪੰਜਸ਼ੀਲ ਸਮਝੌਤੇ ਕਰਕੇ ਹੀ ਅੱਜ ਸਾਡੇ ਸਬੰਧ, ਵਪਾਰ ਤੇ ਕੂਟਨੀਤਿਕ ਸਬੰਧ ਬੜੇ ਸੁਪਰੀਮ ਸਿਖਰ ਤੇ ਹੈ, ਤੇ ਇਹ ਹੀ ਸਾਡੀ ਫਾਊਂਡੇਸ਼ਨ ਹੈ ਔਰ ਇਹੀ ਰਹੇਗਾ, ਕਿਉਂਕਿ ਇਹਦੇ ਵਿੱਚ ਸਾਰੀ ਚੀਜ਼ ਪਹਿਲਾਂ ਹੀ ਹੈ ਜਿਹੜੀ ਅਸੀਂ ਵੀ ਚਾਹੁੰਦੇ ਹਾਂ ਤੇ ਚਾਈਨਾ ਵੀ ਚਾਹੁੰਦਾ ਹੈ। लाइव टाइम्स टीवी लेकर आ रही है जूनियर डांसर्स के लिए शानदार मंच, हिमाचल डांस चैंपियनशिप। 16 साल तक के डांसर्स के लिए चमकने का सुनहरा मौका, सोलो ग्रुप और ड्यूट कैटेगरी में स्टेट लेवल का कंपटीशन, वीआईपीज और सेलिब्रिटीज की उपस्थिति में रंगारंग फिनाले,
ऑडिशंस की डेट्स जल्द अनाउंस होंगी। देखते रहिए लाइफ टाइम्स टीवी, हिमाचल का सबसे लोकप्रिय डिजिटल न्यूज मीडिया चैनल।